श्री वाहिगुरू साहिब जीओ। संत सेव मह तब मन राता, सतनाम जप अब सुख दाता। संत सेव मह तब मन राता, सतनाम जप अब सुख दाता। सतनाम सिरे वाहेगुरू जी। सिर गुर को जासागर रूप, उजागर सब लोकन माहो। मैं तरण ज्यों तुला करके, निज बुद्ध ते पार परेवा बचाओ। होए असी जग में अधकाए, तो मन में अतिशय उत्साओ। ओ चतरो ज्यों लग बल सुंदर, बावन हाथ पसार तताओ। एक ओंकार सतगुर तेरे प्रसाद सच होई। वाहेगुरू जी की फतेह, विघ्न विनाशन सोई। वाहेगुरू जी की फतेह, विघ्न विनाशन सोई। वाहेगुरू जी का खालसा, वाहेगुरू जी की फतेह। परम सत्कारयोग गुरु रूप खालसा साध संगत जी, जितने भी माई भाई ने भी प्रेमी दूरों नेड़े चल करके महापुरखों के पवित्र पावन अस्थान अथवा गुरु बाबा जी के सचखंड दरबार दे विच पहुँचे हो। सतगुरां दी चरनां च हाज़री लवाउण वास्ते अपनियां चित बिरतियां बाहरों कागर करन दी खिचल करो। भगत वशल पतत पावन दीना बंधु, तन्ने लोगां दे मालिक सांझे रहवर निरंकारी जोत श्री गुरु नानक देव जी महाराज की पावन कथा चल रही है। पिछले प्रकरण दे विच असीं यह विचार सरवण कीती, जदों गुरु बाबा जी भाई बाले और मरदाने दे समेत दुनिया का उद्धार करदियां जिहड़ा सी सिक्किम देश ਉਹਦੇ ਵਿੱਚ प्रवेश कर गए हैं। जदों सतगुरु जी ने उन्होंने पूछया, भाई तुसी केड़ा मत या फिर किहो जी साधना नूं अपने जीवन दे विच करदे हो। वो कह लगे, महाराज भी साडा जिहड़ा मिलाप होया गोरखनाथ पहला तो ही गोरखनाथ ने अपने 9 नाथा 84 सिद्धां नूं जे जी साधना दे विच प्रवृत्त किया होया सी, उस तरह की शिक्षा इन्हां नूं दे दित्ती है। पुराना जाम दे बल द्वारा ये सारे ही हमेशा वास्ते तरन उम्र दे विच रिहा करदे सी। कदे भी इन्हां दे शरीरां दे उपर कोई वढेपा नहीं सी आउंदा। साधना करदियां करदियां इतना इन्हां ने अनुभव कर लिया भी किहड़े मौके जा कदों साडा आ शरीर दा छुटकारा हो जू। जदों थोड़ा जिहा पता लग जाता इन्हां नूं, उस वक्त बहुत वड्डे पहाड़ ते चढ़ के बह जाते। अपनी जिहड़ी जोग अगन द्वारा ब्रह्म अंदर नूं भन करके प्राणा नूं बाहर कढ लैंदे सन। इहो जी
ਪਰੰਪਰਾ ਇਸ ਇਲਾਕੇ ਦੇ ਵਿੱਚ ਗੋਰਖ ਨੇ ਚਾਰੇ ਪਾਸੇ ਹੀ ਫੈਲਾਈ ਹੋਈ ਸੀ। ਪਰ ਜਦੋਂ ਗੁਰੂ ਬਾਬਾ ਜੀ ਨੇ ਆਪਣੇ ਮੁਬਾਰਕ ਚਰਨ ਪਾਏ, ਇਹਨਾਂ ਸਾਰਿਆਂ ਨੂੰ ਇਹੋ ਜਿਹੇ ਸੌਖੇ ਸਾਧਨਾ ਦੇ ਵਿੱਚ ਜੋੜਿਆ ਸੀ। ਇੱਥੋਂ ਗੁਰੂ ਬਾਬਾ ਜੀ ਚੱਲ ਕੇ ਅਗਲੇ ਇਲਾਕੇ ਦੇ ਵਿੱਚ ਪਹੁੰਚੇ। ਇੱਥੋਂ ਦਾ ਜਿਹੜਾ ਬਾਦਸ਼ਾਹ ਧਰਮਚੰਦ ਨਾਮ ਕਰਕੇ ਜਿਹੋ ਜਿਹਾ ਨਾਮ, ਉਸੇ ਤਰ੍ਹਾਂ ਉਹਨੇ ਜਿਹੜਾ ਧਰਮ ਹੈ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਸੀ। ਜਿਹੜਾ ਵੀ ਕੋਈ ਸਾਧੂ ਫਕੀਰ ਮਹਾਤਮਾ ਇਹਦੇ ਦੇ ਵਿੱਚ ਚੱਲ ਕਰਕੇ ਆ ਗਿਆ, ਉਹਦੀ ਰਾਜੇ ਨੇ ਆਪ ਖੁਦ ਹੱਥਾਂ ਦੇ ਨਾਲ ਸੇਵਾ ਕਰਨੀ, ਮਹਿਲਾਂ ਦੇ ਵਿੱਚ ਲਿਜਾ ਕਰਕੇ ਭੋਜਨ ਪਾਣੀ ਛਕਾਉਣਾ। ਜਦੋਂ ਵਿਦਾ ਹੋਣਾ, ਮਹਾਂਪੁਰਖਾਂ ਨੇ ਜਥਾ ਜੋਗ ਉਹਨਾਂ ਦੇ ਅੱਗੇ ਮਾਇਆ ਵੀ ਭੇਟਾ ਕਰਿਆ ਕਰਦਾ ਸੀ। ਗੁਰੂ ਬਾਬਾ ਜੀ ਨੂੰ ਆ ਕਰਕੇ ਪੁੱਛਿਆ, ਦੋਵੇਂ ਹੱਥ ਜੋੜਦਿਆਂ ਹੋਇਆਂ, ਇਹ ਫਕੀਰ ਕਸਾਈ ਕੋਈ ਸੇਵਾ ਦੱਸੋ ਮੈਨੂੰ। ਸਤਿਗੁਰੂ ਜੀ ਨੇ ਇਹਦੀ ਪਰ ਕਰਨ ਵਾਸਤੇ ਵਚਨ ਕੀਤਾ ਵੀ ਪਤਾ ਲੱਗ ਜੂ ਕੱਚੇ ਹੀ ਹੈ ਜਾਂ ਪੱਕਾ ਹੈ। ਮਹਾਰਾਜ ਕਹਿਣ ਲੱਗੇ ਵੀ ਦੇਖ, ਸੇਵਾ ਸਾਡੀ ਇਹ ਆ, ਜਿਹੜਾ ਸ਼ੇਰ ਹੈ ਇਹ ਹਮੇਸ਼ਾ ਵਾਸਤੇ ਜਿਹੜਾ ਵੀ ਰਾਜੇ ਮਹਾਰਾਜਿਆਂ ਦਾ ਹੋਵੇ ਨਾ ਸਾਹਿਬਜ਼ਾਦਾ, ਉਹਦਾ ਮਾਸ ਖਾ ਕਰਕੇ ਤ੍ਰਿਪਤ ਹੁੰਦਾ ਹੈ। ਪਰ ਇਹ ਬੜਾ ਪੱਕਾ ਸੀ। ਸੋਚਿਆ ਵੀ ਜਿਹੜੀ ਸੇਵਾ ਐਸੇ ਪੂਰਨ ਮਹਾਂਪੁਰਖਾਂ ਦੀ ਹੋ ਗਈ, ਉਹਦਾ ਕਦੇ ਘਾਟਾ ਨਹੀਂ ਰਿਹਾ ਕਰਦਾ। ਉਸੇ ਵਾਸਤੇ ਨੇ ਆਪਣਾ ਸਾਹਿਬਜ਼ਾਦਾ ਗੁਰੂ ਬਾਬਾ ਜੀ ਦੇ ਅੱਗੇ ਲਿਆ ਕੇ ਖੜਾ ਕਰਤਾ। ਭਾਈ ਬਾਲਾ ਜੀ ਨੂੰ ਮਹਾਰਾਜ ਨੇ ਪਹਿਲਾਂ ਹੀ ਸ਼ੇਦਰ ਦੇ ਰੂਪ ਦੇ ਵਿੱਚ ਬਦਲਿਆ ਹੋਇਆ ਸੀ। ਪਰ ਜਦੋਂ ਸਤਿਗੁਰੂ ਜੀ ਤਾਂ ਆਪ ਸਰਬਾਗਨ ਅੰਤਰਜਾਮੀ ਨੇ, ਹਰੇਕ ਦੇ ਅੰਦਰ ਦੀ ਜਿਹੜੀ ਸ਼ਰਧਾ ਭਾਵਨਾ ਹੈ, ਯਕੀਨ ਭਰੋਸਾ ਆਪ ਹੀ ਜਾਣਨ ਵਾਲੇ ਨੇ, ਉੱਥੇ ਕੋਈ ਦੱਸਣ ਦੀ ਲੋੜ ਤਾਂ ਹੈ ਨਹੀਂ। ਉਸ ਸਮੇਂ ਸਤਿਗੁਰੂ ਜੀ ਬੜੇ ਪ੍ਰਸੰਨ ਹੋ ਗਏ ਧਰਮਚੰਦ ਰਾਜੇ ਦੇ ਉੱਪਰ। ਕਹਿਣ ਲੱਗੇ ਵੀ ਦੇਖ, ਆ ਜਿਹੜਾ ਤੇਰਾ ਮਨੁੱਖਾ ਜਨਮ ਧਨਤਾ ਦੇ ਜੋਗ ਬਣ ਗਿਆ, ਸੇਵਾ ਸਿਮਰਨ ਕਰਦਿਆਂ ਤੈਂ ਤਾਂ ਆਪਣੇ ਜਿਹੜੇ ਦੋਵੇਂ ਲੋਕ ਹੀ ਸਹੇਲੇ ਬਣਾ ਲੈਣੇ ਹਨ। ਇੱਥੇ ਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੰਤ ਸੇਵ ਮਹਿ ਤਬ ਮਨ ਰਾਤਾ। ਗੁਰੂ ਬਾਬਾ ਜੀ ਕਹਿਣ ਲੱਗੇ, ਰਾਜਨ ਤੇਰਾ ਜਿਹੜਾ ਮਨ ਹੈ ਨਾ, ਇਹ ਹਮੇਸ਼ਾ ਵਾਸਤੇ ਖੁਦਾ ਦੇ ਪਿਆਰਿਆਂ ਔਰ ਰੱਬ ਦੇ ਫਕੀਰਾਂ ਦੀ ਸੇਵਾ ਦੇ ਵਿੱਚ ਹੀ ਸਦਾ ਵਾਸਤੇ ਜੁੜਿਆ ਰਹਿੰਦਾ। ਤੇਰੇ ਵਰਗੇ ਭਾਵਨਾ ਵਰਗੇ ਧਾਰਨ ਕਰਨ ਵਾਲੇ ਜਗਿਆਸੂ ਟਾਵੇਂ ਬਿਰਲੇ ਹੀ ਹੋਇਆ ਕਰਦੇ ਹਨ। ਸਤਨਾਮ ਜਪ ਅਬ ਸੁਖ ਦਾਤਾ। ਜੋ ਸਾਰੇ ਸੁੱਖਾਂ ਨੂੰ ਦੇਣ ਵਾਲਾ ਕੀ ਹੈ? ਪਰਮਾਤਮਾ ਦਾ ਨਾਮ। ਅਗਰ ਤੂੰ ਜਪ ਲੈ, ਕਿਤੇ ਉਹਦੀ ਕਮਾਈ ਕਰ ਲੈ, ਤੈਨੂੰ ਵੀ ਆ ਦੀਨ ਦੁਨੀਆ ਦੇ ਸਾਰੇ ਸੁੱਖ ਇੱਥੇ ਹੀ
ਪ੍ਰਾਪਤ ਹੋ ਜਾਣੇ ਹਨ। ਸਤ ਸੰਗਤ ਮਹਿ ਪ੍ਰੀਤ ਤੁਮਾਰੀ। ਤੁਮਾਰੀ ਤੇਰੇ ਹਿਰਦੇ ਦੀ ਜਿਹੜੀ ਪ੍ਰੀਤੀ ਤਾਂ ਪਹਿਲਾਂ ਤੋਂ ਹੀ ਜਿਵੇਂ ਕੁਦਰਤ ਦੀ ਤੇਰੇ ਉੱਪਰ ਬੜੀ ਰਹਿਮਤ ਹੈ, ਬਖਸ਼ਿਸ਼ ਹੈ। ਮਨ ਦੀ ਜਿਹੜੀ ਪ੍ਰੀਤੀ ਪਹਿਲਾਂ ਤੋਂ ਹੀ ਤੈਂ ਆਪਣੇ ਨਾਮ ਰਸੀਏ ਬ੍ਰਹਮ ਬੈਤੇ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਜੋੜੀ ਹੋਈ ਹੈ। ਅੰਤ ਸਮੈ ਗਤ ਪਾਏ ਸੁਖਾਰੀ। ਗੁਰੂ ਬਾਬਾ ਜੀ ਨੇ ਇਹ ਵਰਦਾਨ ਬਖਸ਼ਤਾ ਧਰਮਚੰਦ ਰਾਜੇ ਨੂੰ ਵੀ। ਅਖੀਰ ਦੇ ਟਾਈਮ ਤੇ ਤੈਨੂੰ ਬਹੁਤ ਵੱਡੀ ਜਿਹੜੀ ਕੋਤਮ ਗਤੀ ਪ੍ਰਾਪਤ ਹੋ ਜੂ। ਜੈ ਦੇ ਪਰਥਾਏ ਭਗਤ ਤਰਲੋਚਨ ਜੀ ਨੇ ਵੀ ਇਹ ਪ੍ਰਵਚਨ ਕੀਤੇ ਹੋਏ ਹਨ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੇ ਜੇ ਮਰੈ। ਬਦਾ ਤਰਲੋਚਨ ਤੈ ਨਰ ਮੁਕਤਾ ਪੀਤਾੰਬਰ ਵਾਕੇ ਹਿਰਦੈ ਵਸੈ। ਜਿਹੜੇ ਵੱਡੇ ਭਾਗਾਂ ਵਾਲੇ ਜਗਿਆਸੂ ਚਾਹੁੰਦੇ ਜੀ ਆਪਣੇ ਚਿੱਤ ਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਕਿਤੇ ਜੋੜ ਲੈਣ। ਅਖੀਰ ਦੇ ਟਾਈਮ 'ਤੇ ਕਦੇ ਉਹ ਇਹ ਨਹੀਂ ਕਹਿੰਦੇ ਵੀ ਮੈਨੂੰ ਜੀ ਉਹ ਫਲਾਣੇ ਨੂੰ ਮਿਲਾ ਦਿਓ, ਆਪਣੀ ਫਲਾਣੀ ਮੇਰੀ ਧੀ ਉਹ ਫਲਾਣੇ ਪਿੰਡ 'ਚ ਵਿਆਹੀ ਹੋਈ ਹੈ, ਮੇਰਾ ਪੁੱਤਰ ਕਿਤੇ ਚਲਿਆ ਗਿਆ, ਜਲਦੀ ਬੁਲਾਓ, ਮੈਂ ਤਾਂ ਉਹਨੂੰ ਮਿਲਣਾ ਚਾਹੁੰਦਾ ਨਹੀਂ। ਉਹ ਤਾਂ ਐਂਡ ਦੇ ਟਾਈਮ 'ਤੇ ਹਮੇਸ਼ਾ ਵਾਸਤੇ ਗੁਰੂ ਪੀਰਾਂ ਔਰ ਰੱਬੀ ਬਾਣੀ ਨੂੰ ਹੀ ਮਨ ਦੇ ਵਿੱਚ ਯਾਦ ਕਰਦੇ ਹਨ। ਜਿਨ੍ਹਾਂ ਦਾ ਅਖੀਰਲੇ ਟਾਈਮ 'ਤੇ ਖਿਆਲ ਹੀ ਪਰਮਾਤਮਾ ਦੇ ਵੱਲ ਚਲਿਆ ਗਿਆ, ਉਹਨਾਂ ਦਾ ਫਿਰ ਵਾਸਾ ਵੀ ਪ੍ਰਭੂ ਦੇ ਚਰਨਾਂ ਦੇ ਵਿੱਚ ਹੀ ਹੋਇਆ ਕਰਦਾ ਹੈ। ਕਿਤਕ ਦਿਵਸ ਤਹ ਰਹੱਸਿਆ ਜਗਤੀਸ਼ਾ। ਜਗਤ ਦੇ ਈਸ਼ਰ ਗੁਰੂ ਬਾਬਾ ਜੀ ਨੇ ਕੁਝ ਕੁ ਦਿਨ ਇਸ ਇਲਾਕੇ ਦੇ ਵਿੱਚ ਰਹਿ ਕਰਕੇ ਬਤੀਤ ਕੀਤੇ। ਹਰ ਕੀਰਤ ਕੋ ਦੀਏ ਉਪਦੇਸ਼ਾ। ਹਰ ਕੀਰਤ ਕੋ ਜਿਹੜੇ ਮਨੋਰਥ ਦੇ ਲਈ ਗੁਰੂ ਬਾਬਾ ਜੀ ਨੇ ਅਮਾਤਲੋਕ ਦੀ ਧਰਤੀ ਦੇ ਉੱਪਰ ਅਵਤਾਰ ਧਾਰਨ ਕੀਤਾ ਹੈ, ਉਸੇ ਦਾ ਥਾਂ ਥਾਂ 'ਤੇ ਪ੍ਰਚਾਰ ਕਰ ਰਹੇ ਨੇ। ਪੱਲੇ ਪੜ ਕੇ ਜੀਵਾਂ ਦੇ ਵਿੱਚ ਅਪਰ ਥਾਨ ਕੀਏ ਗਮਨ ਗੁਸਾਈ। ਇਹਨਾਂ ਨੂੰ ਪਰਮਾਤਮਾ ਦੇ ਨਾਮ ਦੇ ਵਿੱਚ ਜੋੜ ਕੇ ਸਤਿਗੁਰੂ ਜੀ ਨੇ ਫਿਰ ਆਪਣਾ ਡੇਰਾ ਅੱਗੇ ਨੂੰ ਕੂਚ ਕਰਤਾ। ਹਰ ਵਰਖ ਖੰਡ ਹੁਤੋ ਜਿਹ ਥਾਹੀ। ਹਰ ਵਰਖ ਨਾਮ ਦਾ ਜਿਹੜਾ ਖੰਡ ਹੈ ਉਹਦੇ ਵਿੱਚ ਸਤਿਗੁਰੂ ਜੀ ਪਹੁੰਚ ਗਏ। ਭਾਈ ਬਾਲੇ ਔਰ ਮਰਦਾਨੇ ਦੇ ਸਮੇਤ ਤਵਾਰੀਖ ਗੁਰੂ ਖਾਲਸਾ ਦੇ ਕਰਤਾ ਨੇ ਇਹਨੂੰ ਜਿਹੜਾ ਆਪਣੇ ਵੱਲੋਂ ਭੂਟਾਨ ਦਾ ਇਲਾਕਾ ਲਿਖਿਆ ਹੋਇਆ ਹੈ। ਇਹਦੀ ਜਿਹੜੀ ਰਾਜਧਾਨੀ ਸੂਡਾਨ ਨਾਮ ਕਰਕੇ ਪੈਂਦੀ ਹੈ, ਉਸ ਦੇ ਵਿੱਚ ਗੁਰੂ ਬਾਬਾ ਜੀ ਚਲੇ ਗਏ। ਇਹਨਾਂ ਨੂੰ ਵੀ ਸਿੱਧੇ ਰਸਤੇ ਪਾਉਣ ਦੇ ਲਈ ਤਵਾਰੀਖ ਗੁਰੂ ਖਾਲਸਾ ਦੇ ਕਰਤੇ ਨੇ ਤਾਂ ਇੱਥੋਂ ਤੱਕ ਵੀ ਬਚਨ ਲਿਖੇ ਹੋਏ ਨੇ ਵੀ ਅਸ ਰੋਜ਼ ਨਾਮ ਦਾ ਜਿਹੜਾ ਇੱਕ ਨਗਰ, ਉੱਥੇ ਧਰਮਸ਼ਾਲਾ ਦੇ ਵਿੱਚ ਗੁਰੂ ਬਾਬਾ ਜੀ ਦੀ ਬੜੀ ਸੋਹਣੀ ਮੂਰਤੀ ਬਣਾ ਕੇ ਜਿਹੜਾ ਰਾਜਾ ਉਹਦੇ ਅੱਗੇ ਹੱਥ ਜੋੜ ਕਰਕੇ ਬੈਠਾ ਹੋਇਆ। ਇਹ ਨਿਸ਼ਾਨੀ ਹੁਣ ਤੱਕ ਜਿਹੜੀ ਹੈ ਭੂਟਾਨ ਦੀ ਰਾਜਧਾਨੀ ਸੂਡਾਨ ਦੇ ਇੱਕ ਨਗਰ ਦੇ ਵਿੱਚ ਕਾਇਮ ਹੈ। ਨਿਕਟ ਨਗਰ ਕੇ ਬੈਠੇ ਜਬ ਹੀ। ਜਦੋਂ ਸਤਿਗੁਰੂ ਜੀ ਨੇ ਇਸ ਨਗਰ ਦੇ ਨੇੜੇ ਹੀ ਜਾ ਕੇ ਆਪਣੇ ਡੇਰੇ ਲਗਾ ਦਿੱਤੇ ਹਨ। ਤਹ ਕੋ ਭੂਪਤ ਆਇਓ ਤਬ ਹੀ। ਉੱਥੋਂ ਦਾ ਜਿਹੜਾ ਮਹਾਰਾਜਾ ਇਹ ਵੀ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਪਹੁੰਚ ਗਏ ਹੈ। ਹਾਥ ਬੰਦ ਬਹੁ ਬਿਨਤੀ ਕਰਕੇ। ਇਹਨੇ ਵੀ ਮਹਾਰਾਜ ਦੇ ਅੱਗੇ ਬਾਰ-ਬਾਰ ਦੋਵੇਂ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਸਨ। ਰਹਿਓ ਚਰਨ ਪਰ ਨਿਜ ਸਿਰ ਧਰ ਕੇ। ਅਨੁਸਾਰ ਰਾਜੇ ਨੇ ਆਪਣਾ ਜਿਹੜਾ ਸੀਸ ਗੁਰੂ ਬਾਬਾ ਜੀ ਦੇ ਚਰਨਾਂ ਉੱਪਰ ਰੱਖਤਾ।
ਹਵੈ ਅਧੀਨ ਜਬ ਰਹਿਓ ਅਗਾਰੀ। ਔਰ ਜਿਹਦੇ ਮਨ ਦੇ ਵਿੱਚ ਬੜੀ ਨਿਮਰਤਾ ਹੈ, ਗਰੀਬੀ ਭਰੀ ਹੋਈ ਹੈ, ਵਿਚਾਰਾ ਵਾਰ-ਵਾਰ ਸਤਿਗੁਰੂ ਜੀ ਦੇ ਅੱਗੇ ਹਾਥੀ ਆ ਕਰਕੇ ਜੋੜਨ ਲੱਗ ਪਏ ਹੈ। ਤਬ ਇਉ ਸ੍ਰੀ ਗੁਰ ਗਿਰਾ ਉਚਾਰੀ। ਔਰ ਇਸ ਦੇ ਅੰਦਰ ਦੀ ਜਿਹੜੀ ਨਿਮਰਤਾ ਗਰੀਬੀ ਭਾਵਨਾ ਨੂੰ ਦੇ ਦਿਆ ਹੋਇਆ ਮਹਾਰਾਜ ਨੇ ਬਚਨ ਕੀਤਾ ਹੈ। ਜੋਏ ਪਦਾਰਥ ਮਨ ਅਬਿਲਖ ਹੋ। ਐ ਰਾਜਨ ਜੋੜੇ ਪਦਾਰਥ ਦੀ ਤੇਰੇ ਮਨ ਦੇ ਵਿੱਚ ਕੋਈ ਤਮੰਨਾ ਹੈ, ਉਹ ਇਸ ਨੂੰ ਪ੍ਰਾਪਤ ਹੋ ਜਾਏਗਾ। ਸੋ ਲੀਜੈ ਨਿਜ ਮੁਖ ਤੇ ਪਖ ਹੋ। ਸਤਿਗੁਰੂ ਜੀ ਕਹਿਣ ਲੱਗੇ ਵੀ ਇੱਕ ਵਾਰੀ ਮੁਖ ਤੋਂ ਬੋਲ ਕੇ ਦਾਤੇ, ਜੋ ਵੀ ਪਦਾਰਥ ਦੀ ਇੱਛਾ ਤਮੰਨਾ ਤੇਰੇ ਮਨ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਭਰੀ ਹੋਈ ਹੈ, ਸਤਿਗੁਰ ਕੀ ਸਿੱਖੀ ਔਰ ਧਾਰ ਹੋ। ਪਰ ਆ ਜਿਹੜੀ ਗੁਰ ਸਿੱਖੀ ਹੈ ਤੈਨੂੰ ਮਨ ਦੇ ਵਿੱਚ ਧਾਰਨ ਕਰਨੀ ਪਏਗੀ। ਪਦਾਰਥ ਜੋ ਵੀ ਚਾਹੇ ਉਹੀ ਤੈਨੂੰ ਅਸੀਂ ਬਖਸ਼ ਦਿੰਦੇ ਹਾਂ। ਜਨਮ ਮਰਨ ਕੀ ਬੰਧ ਨਿਵਾਰ ਹੋ। ਜੇ ਬਚਨ ਮੰਨੇਗਾ ਆ ਤੇਰੇ ਜਨਮ ਮਰਨ ਦੇ ਬੰਧਨ ਸਾਰੇ ਹੀ ਐਸੇ ਜਨਮ ਦੇ ਵਿੱਚ ਖਤਮ ਹੋ ਜਾਣੇ ਹਨ। ਸੁਨ ਬਾਣੀ ਆਪਣੇ ਅਨੁਕੂਲਾ। ਜਦੋਂ ਬਾਦਸ਼ਾਹ ਨੇ ਦੇ ਲਿਆ ਵੀ ਫਕੀਰ ਸਾਈਂ ਇਹ ਮੇਰੇ ਉੱਪਰ ਬੜੇ ਪ੍ਰਸੰਨ ਹੋ ਗਏ ਹਨ। ਕਹਿ ਭੂਪ ਤੁਮ ਮੰਗਲ ਮੂਲਾ। ਕਹਿ ਲੱਗਿਆ ਮਹਾਰਾਜ ਤੁਸੀਂ ਆਪ ਹੀ ਸਾਰੀਆਂ ਖੁਸ਼ੀਆਂ ਸਾਰੇ ਸੁੱਖਾਂ ਦੇ ਮੋਢਾ ਰੂਪ ਹੋ। ਸੁਨੋ ਸੰਤ ਜੀ ਸਭ ਸੁਖਦਾਈ। ਕਹਿ ਲੱਗਿਆ ਮਹਾਂਪੁਰਖ ਹੋਰ ਤਾਂ ਮਹਿਲਾਂ ਵਿੱਚ ਕਿਸੇ ਵੀ ਪਦਾਰਥ ਕਿਸੇ ਵੀ ਵਸਤੂ ਦਾ ਘਾਟਾ ਮੈਨੂੰ ਪਰਮਾਤਮਾ ਨੇ ਛੱਡਿਆ ਨਹੀਂ ਹੋਇਆ ਹੈ। ਹਿਤ ਸੰਤਤ ਬਹੁ ਕੀਏ ਉਪਾਈ। ਪਰ ਮੈਂ ਆਪਣੇ ਰਾਜ ਭਾਗ ਦੇ ਮਾਲਕ ਦੀ ਪ੍ਰਾਪਤੀ ਕਰਨ ਦੇ ਲਈ ਬੜੇ ਪਾਪੜ ਵੇਲੇ ਬੜੇ ਉਪਾਅ ਯਤਨ ਕਰ ਚੁੱਕਿਆ ਹੁਣ ਤੱਕ, ਕਿਸ ਪ੍ਰਕਾਰ ਅਵਲਾਖ ਨਾ ਪੂਰੀ। ਪਰ ਕਿਤੋਂ ਵੀ ਮੇਰੇ ਮਨ ਦੀ ਜਿਹੜੀ ਅਵਲਾਖਾ ਮੇਰੇ ਮਨ ਦੀ ਚਾਹਨਾ ਕਿਸੇ ਵੀ ਸਾਧੂ ਫਕੀਰ ਨੇ ਪੂਰੀ ਨਹੀਂ ਕੀਤੀ ਹੈ। ਕਰ ਉਪਚਾਰ ਰਹੀ ਪੁਨ ਓਰੀ। ਮੈਂ ਆਪਣੇ ਵੱਲੋਂ ਦੁਨਿਆਵੀ ਬਥੇਰੇ ਇਲਾਜ ਉਪਾਅ ਯਤਨ ਕਰਵਾ ਕੇ ਦੇ ਲਏ, ਪਰ ਮਨ ਦੀ ਭਾਵਨਾ ਉਸੇ ਤਰ੍ਹਾਂ ਮੇਰੀ ਜਿਹੜੀ ਖਾਲੀ ਪਈ ਹੈ। ਜੀ ਅਬ ਤੁਮ ਸੰਤਤ ਦੇਹੋ ਮੋਹੀ। ਇਹ ਰਾਜਾ ਕਹਿਣ ਲੱਗਿਆ ਐ ਫਕੀਰ ਸਾਈਂ, ਜੇ ਤੁਸੀਂ ਮੇਰੇ ਮਹਿਲਾਂ ਦੇ ਵਿੱਚ ਸੰਤਾਨ ਔਲਾਦ ਦੀ ਕਿਤੇ ਬਖਸ਼ ਕਰਦੇ ਹੋਗੇ, ਲਿਉ ਰਾਵਰ ਉਪਦੇਸ਼ ਜੋ ਹੋਹੀ। ਫਿਰ ਤਾਂ ਮੈਂ ਉਸੇ ਵਕਤ ਜੋ ਵੀ ਆਪਦਾ ਉਪਦੇਸ਼ ਹੈ ਨਾ ਉਸੇ ਵਕਤ ਆਪਣੇ ਮਨ ਦੇ ਅੰਦਰ ਧਾਰਨ ਕਰ ਲੈਣਾ। ਐਸੀ ਗਿਣਤੀ ਸੁਨ ਜਗਨਾਥਾ। ਜਦੋਂ ਸਰਬੱਗ ਅੰਤਰਜਾਮੀ ਸਤਿਗੁਰੂ ਜੀ ਨੇ ਦੇ ਲਿਆ ਵੀ ਵਿਚਾਰਾ ਇਹ ਪਰਮਾਤਮਾ ਬਾਦਸ਼ਾਹ ਪੜਾਈ ਤੰਗ ਹੈ, ਜਿਹਦਾ ਮਨ ਹਰ ਵਕਤ ਦਿਨ ਰਾਤ ਜਿਵੇਂ ਭੱਠ ਦੇ ਵਿੱਚ ਦਾਣਾ ਪੁੱਜਿਆ ਕਰਦਾ ਨਾ ਇਉਂ ਪੁੱਜਦਾ ਹੀ ਰਹਿੰਦਾ ਹੈ। ਦਏ ਲੌਂਗ ਦਵੈ ਤਾਂ ਕੇ ਹਾਥਾ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ 2 ਲੌਂਗ ਇਸ ਰਾਜੇ ਨੂੰ ਆਪਣੇ ਵੱਲੋਂ ਬਖਸ਼ ਦਿੱਤੇ ਹਨ। ਏਕ ਲਾਇਚੀ ਦੇ ਤੇ ਪਾਨੇ। ਇੱਕ ਇਲਾਇਚੀ ਪਕੜਾਤੀ ਗੁਰੂ ਬਾਬਾ ਜੀ ਨੇ ਇਸ ਰਾਜੇ ਦੇ ਹੱਥਾਂ ਦੇ ਵਿੱਚ। ਕਹਿਓ ਦੇਹੋ ਰਾਨੀ ਕੋ ਖਾਨੇ। ਹੁਕਮ ਕੀਤਾ ਵੀ ਜਾ ਕੇ ਤਾਂ ਇਹ 2-3 ਚੀਜ਼ਾਂ ਆਪਣੀ ਮਹਾਰਾਣੀ ਨੂੰ ਛਕਾ ਦੇਣੀਆਂ ਨੇ। ਕੋਈ ਗੱਲ ਨਹੀਂ, ਤੇਰੇ ਘਰ ਦੇ ਵਿੱਚ ਵੀ ਬੜੀਆਂ ਰੌਣਕਾਂ ਪਰਮਾਤਮਾ ਨੇ ਬਖਸ਼ ਦੇਣੀਆਂ ਨੇ। ਹਵੈ ਹੈ ਸੰਤਤ ਸਜਨ ਤੁਮਾਰੀ। ਸਤਿਗੁਰੂ ਜੀ ਕਹਿਣ ਲੱਗੇ ਰਾਜਨ ਪਰਮਾਤਮਾ ਦੇ ਘਰ ਦੇ ਵਿੱਚ ਤਾਂ ਕੋਈ ਘਾਟਾ ਹੈ ਨਹੀਂ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹੋ ਜਿਹੀਆਂ ਅਮੋਲਕ ਦਾਤਾਂ ਵਾਹਿਗੁਰੂ ਨੇ ਆਪਣੇ ਹੱਥ ਦੇ ਵਿੱਚ ਹੀ ਸਦਾ ਵਾਸਤੇ ਰੱਖੀਆਂ ਹੋਈਆਂ ਨੇ। ਜਿਹਨੂੰ ਚਾਹੁੰਦਾ
ਉਹਦੀ ਝੋਲੀ ਆਪਣੇ ਆਪ ਹੀ ਉਹਨੇ ਭਰ ਦੇਣੀ ਹੈ। ਸਤਨਾਮ ਜਪ ਸਾਂਝ ਸਕਾਰੀ। ਸਤਿਗੁਰੂ ਜੀ ਕਹਿਣ ਲੱਗੇ ਰਾਜਨ ਵੀ ਸਵੇਰੇ ਸ਼ਾਮ ਬੈਠ ਕਰਕੇ ਤੈਂ ਆਪਣੇ ਮਹਿਲਾਂ 'ਚ ਉਸ ਅਕਾਲ ਵਾਹਿਗੁਰੂ ਨੂੰ ਮਨ ਦੇ ਵਿੱਚ ਜ਼ਰੂਰ ਯਾਦ ਕਰਨਾ ਹੈ। ਸਤਨਾਮ ਮਹਿ ਕੀਰਤ ਸੁਣੀਏ। ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਜਾ ਕਰਕੇ ਨਾ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਕੰਨਾਂ ਦੇ ਨਾਲ ਵੀ ਸੁਣਦਾ ਰਹਿਣਾ ਹੈ। ਵਿਸਾ ਬਾਸ਼ਨਾ ਮਨ ਤੇ ਹਨੀਏ। ਜਿਹੜੀਆਂ ਦੁਨਿਆਵੀ ਰੰਗ ਰਲੀਆਂ ਦੀਆਂ ਬਾਸ਼ਨਾਵਾਂ ਭਰੀਆਂ ਹੋਈਆਂ ਹਨ, ਅਗਰ ਤੂੰ ਇਹਨਾਂ ਨੂੰ ਵੀ ਮਨ ਦੇ ਵਿੱਚੋਂ ਸਦਾ ਤੇ ਬਾਹਰ ਕੱਢ ਦੇਂਗਾ, ਕਿਤਕ ਦਿਵਸ ਤਹਿ ਰਾਖਿਓ ਡੇਰਾ। ਫਿਰ ਤੇਰੇ ਮਨ ਦੀ ਜਿਹੜੀ ਇੱਛਾ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਹੀ ਪੂਰੀ ਕਰ ਦੇਣੀ ਹੈ। ਕੁਝ ਕੁ ਦਿਨ ਮਹਾਰਾਜ ਨੇ ਇਸ ਦੇਹ ਦੇ ਵਿੱਚ ਵੀ ਆਪਣਾ ਡੇਰਾ ਲਗਾ ਕਰਕੇ ਰੱਖਿਆ। ਸਿੱਖੀ ਮਗ ਪ੍ਰਗਟਾਈ ਕਨੀਰਾ। ਸਤਿਗੁਰੂ ਜੀ ਨੇ ਉਪਦੇਸ਼ ਕਰਦਿਆਂ ਚਾਰੇ ਪਾਸੇ ਗੁਰਸਿੱਖੀ ਪ੍ਰਗਟ ਕਰ ਦਿੱਤੀ ਹੈ। ਤਿਨ ਤੇ ਹਵੈ ਕਰ ਬਿਦਾ ਬਹੋਰੰ। ਇਹਨਾਂ ਤੋਂ ਵਿਦਾ ਹੋ ਕੇ ਗੁਰੂ ਬਾਬਾ ਜੀ ਫਿਰ ਅੱਗੇ ਨੂੰ ਚੱਲ ਪਏ ਹਨ। ਗੇ ਕੁਰ ਖੰਡ ਹੁਤੋ ਜਿਹ ਠੌਰੰ। ਅੱਗੇ ਫਿਰ ਸਤਿਗੁਰੂ ਜੀ ਜਿਹੜਾ ਕਹਿ ਪੁਰਖ ਨਾਮ ਦਾ ਖੰਡ ਜਿਹਨੂੰ ਉਠਾਨ ਕਹਿ ਦਿੰਦੇ ਨੇ, ਉਹਦੇ ਵਿੱਚ ਪਹੁੰਚ ਗਏ ਹਨ। ਜੈਸਾ ਤਿਨਾ ਲੋਗਨ ਵਿਵਹਾਰੰ। ਵੀ ਜਿਹੋ ਜਿਹਾ ਉਹਨਾਂ ਲੋਕਾਂ ਨੇ ਇੱਕ ਅਚਰਜ ਢੰਗ ਦਾ ਵਿਵਹਾਰ ਧਾਰਨ ਕੀਤਾ ਹੋਇਆ ਸੀ। ਸੁਨ ਸ਼੍ਰੀ ਅੰਗਦ ਪਰਮ ਉਦਾਰੰ। ਭਾਈ ਭਾਲਾ ਜੀ ਇਹ ਸਾਰਾ ਇਤਿਹਾਸ ਸਤਿਗੁਰੂ ਅੰਗਦ ਜੀ ਮਹਾਰਾਜ ਦੇ ਚਰਨਾਂ 'ਚ ਸੁਣਾਉਂਦੇ ਹੋਇਆ ਆਪਣੇ ਵੱਲੋਂ ਬੇਨਤੀ ਕਰਦੇ ਨੇ। ਜਿਹ ਛਿਨ ਤਿਨ ਕੇ ਸੁਤ ਉਪਜਾਈ। ਸੱਚੇ ਪਾਤਸ਼ਾਹ ਵੀ ਜੇ ਕਿਤੇ ਨਾ ਉਹਨਾਂ ਦੇ ਪਿੰਡ ਦੇ ਵਿੱਚ ਪਰਿਵਾਰ ਦੇ ਅੰਦਰ ਕਦੇ ਪਰਮਾਤਮਾ ਪੁੱਤਰ ਦੀ ਦਾਤ ਬਖਸ਼ ਦਿੰਦਾ ਸੀ, ਰੋਦਨ ਸਦਨ ਕਰੈ ਤਿਹ ਆਈ। ਹੈਰਾਨ ਹੋ ਗਏ ਭਾਈ ਬਾਲਾ ਜੀ ਇਹਨਾਂ ਦੇ ਵਿਵਹਾਰ ਨੂੰ ਦੇਖਦੇ ਆ ਵੀ ਜੈਸਾ ਮਿੱਠੜੇ ਮੇਵੇ ਨੂੰ ਸਾਰੀ ਹਮੇਸ਼ਾ ਵਾਸਤੇ ਚਾਹੁੰਦੇ ਨੇ ਨਾ ਮਨ ਦੇ ਵਿੱਚ। ਕੋਈ ਵੀ ਹੈ, ਗਰੀਬ ਹੈ, ਅਮੀਰ ਹੈ, ਬਾਦਸ਼ਾਹ ਕੰਗਾਲਾ ਕਿਹੜਾ ਨਹੀਂ, ਸਮਾਜ ਦੇ ਵਿੱਚ ਜਿਹੜਾ ਕਹੇ ਵੀ ਮੈਨੂੰ ਪੁੱਤਰ ਦੀ ਘਰ ਦੇ ਵਿੱਚ ਲੋੜ ਹੈ ਨਹੀਂ, ਸਾਰੀ ਚਾਹੁੰਦੇ ਨੇ ਪੁੱਤਰ ਦਾ ਮੂੰਹ ਦੇਖਣ ਵਾਸਤੇ। ਪਰ ਜਦੋਂ ਵੀ ਕਿਤੇ ਇਹਨਾਂ ਦੇ ਕਿਸੇ ਪਰਿਵਾਰ ਦੇ ਵਿੱਚ ਪੁੱਤਰ ਪੈਦਾ ਹੋ ਜਾਂਦਾ ਸੀ, ਰੋਦਨ ਸ਼ਬਦ ਕਰੈ ਤਿਹ ਆਈ। ਉਹਨੂੰ ਦੇਖ ਕੇ ਸਾਰੇ ਪਰਿਵਾਰ ਦੇ ਮੈਂਬਰ ਰੋਣ ਪਿੱਟਣ ਲੱਗ ਜਾਂਦੇ ਸੀ ਵੀ ਸਾਡੇ ਪਰਿਵਾਰ ਦੇ ਵਿੱਚ ਆ ਪੁੱਤਰ ਕਿਉਂ ਪੈਦਾ ਹੋ ਗਿਆ। ਜਬ ਕੋ ਮਨੁਜ ਮ੍ਰਿਤ ਕਹਵੇ ਜਾਵੇ। ਪਰ ਜਦੋਂ ਕੋਈ ਵੀ ਇਹਨਾਂ ਦੇ ਵਿੱਚ ਪਿੰਡ ਵਿੱਚੋਂ ਪ੍ਰਾਣੀ ਮਰ ਜਾਂਦਾ ਹੈ, ਹਾਸ ਬਿਲਾਸ ਕਰਤ ਮਨ ਭਾਵੇ। ਜੇ ਤਾਂ ਕੋਈ ਮਰ ਗਿਆ ਫਿਰ ਤਾਂ ਇਹ ਸਾਰੇ ਘਰਾਂ ਦੇ ਵਿੱਚ ਰਲ ਮਿਲ ਕੇ ਬੜੀਆਂ ਖੁਸ਼ੀਆਂ, ਬੜੇ ਢੋਲ ਟਮਕੇ ਵਜਾਉਣ ਲੱਗ ਜਾਂਦੇ ਸਨ। ਤਹਾਂ ਨਗਰ ਕੀ ਜਾਏ ਸਮੀਪਾ। ਜਦੋਂ ਸਤਿਗੁਰੂ ਜੀ ਚਲਦੇ ਆ ਇਹਨਾਂ ਦੇ ਨਗਰ ਦੇ ਨੇੜੇ ਪਹੁੰਚ ਗਏ। ਬੈਠ ਗਏ ਬੇਦੀ ਕੁਲ ਦੀਪਾ। ਵੈਦੀ ਕੋਲ ਦੇ ਸ਼੍ਰੋਮਣੀ ਸਤਿਗੁਰੂ ਜੀ ਹਮੇਸ਼ਾ ਵਾਸਤੇ ਬਾਹਰ ਹੀ ਇਕਾਂਤ ਦੇ ਵਿੱਚ ਆਪਣਾ ਜਿਹੜਾ ਚੌਂਕੜਾ ਖੁੱਲੀ ਜਗ੍ਹਾ ਤੇ ਲਗਾਇਆ ਕਰਦੇ ਸੀ। ਮਰਦਾਨਾ ਸੁਣ ਕੇ ਤਿਨ ਗਾਥਾ। ਹੁਣ ਇਹਨਾਂ ਦੀ ਜਿਹੜੀ ਗਾਥਾ, ਇਹਨਾਂ ਪਿੰਡ ਦਿਆਂ ਦਾ ਵਿਵਹਾਰ ਸੁਣ ਕਰਕੇ ਭਾਈ ਮਰਦਾਨਾ ਜੀ ਬੜੇ ਦੰਗ ਹੋਣ ਲੱਗ ਪਏ ਹਨ। ਭੋਜਨ ਲਗਾ ਪ੍ਰਭੂ ਕੇ ਸਾਥਾ। ਉਸ ਸਮੇਂ ਗੁਰੂ ਬਾਬਾ ਜੀ ਨੂੰ ਭਾਈ ਮਰਦਾਨਾ ਜੀ ਪੁੱਛਿਆ, ਲੈ ਸੱਚੇ ਪਾਤਸ਼ਾਹ ਤਾਂ ਬੜੇ ਤਮਾਸ਼ਕੀ ਲੋਕ, ਪਹਿਲੀ ਵਾਰੀ ਅੱਜ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖੇ ਹਨ। ਜੇ ਵੀ
ਪਰਿਵਾਰ ਦੇ ਵਿੱਚ ਬੱਚਾ ਪੈਦਾ ਹੋ ਗਿਆ। ਫਿਰ ਉਹ ਸਮੇਂ ਉੱਚੀ ਉੱਚੀ ਤਾਂ ਮਾਰ ਕੇ ਰੋਣ ਲੱਗ ਜਾਂਦੇ ਨੇ ਜੇ ਕੋਈ ਮਰ ਗਿਆ। ਫਿਰ ਸਾਰੀ ਰਲ ਮਿਲ ਕਰਕੇ ਬੜੀਆਂ ਖੁਸ਼ੀਆਂ ਮਨਾਉਣ ਲੱਗ ਜਾਂਦੇ ਹਨ। ਵੱਡੇ ਕੌਤਕੀ ਨਰ ਇਹ ਤਾਈ, ਸੱਚੇ ਪਾਤਸ਼ਾਹ ਦਾ ਬਣੇ ਇੱਕ ਤਰ੍ਹਾਂ ਦੇ ਤਮਾਸ਼ ਗੇਨ ਲੋਕ ਆ ਦੇ ਵਿੱਚ ਵਸਣ ਵਾਲੇ ਹਨ। ਦਵੈ ਬਾਤੈਂ ਵਿਪਰੀਤ ਕਰਾਈ, ਇਹਨਾਂ ਨੇ ਤਾਂ ਦੋਵੇਂ ਗੱਲਾਂ ਬਿਲਕੁਲ ਉਲਟ ਹੀ ਸੰਸਾਰ ਦੇ ਲੋਕਾਂ ਦੇ ਨਾਲੋਂ ਤਾਰਨ ਕੀਤੀਆਂ ਹੋਈਆਂ ਨੇ। ਸ੍ਰੀ ਗੁਰ ਕਹੈ ਸੁਨੋ ਮਰਦਾਨਾ, ਗੁਰੂ ਬਾਬਾ ਜੀ ਕਹਿ ਲਗੇ ਮਰਦਾਨਿਆਂ ਤੈਨੂੰ ਅਸੀਂ ਅਸਲੀ ਇਹਨਾਂ ਦੇ ਮਨ ਦੀ ਜਿਹੜੀ ਵਾਰਤਾ ਨਾ ਉਹ ਦੱਸਦੇ ਆ। ਇਨਕੇ ਹਿਰਦੈ ਅਧਿਕ ਅਗਿਆਨਾ, ਇਹਨਾਂ ਦੇ ਮਨ ਦੇ ਵਿੱਚ ਨਾ ਇਹ ਬਹੁਤ ਵੱਡਾ ਇੱਕ ਅਗਿਆਨ ਬੜੇ ਲੰਮੇ ਸਮੇਂ ਤੋਂ ਭਰਿਆ ਹੋਇਆ ਹੈ। ਵਾਹਿਗੁਰੂ ਜਬ ਜਗਤ ਪਠਾਵਤ, ਇਹ ਸੋਚਦੇ ਨੇ ਆਪਣੇ ਮਨ ਦੇ ਵਿੱਚ ਵੀ ਜਦੋਂ ਨਾ ਵਾਹਿਗੁਰੂ ਪਰਮਾਤਮਾ ਕਿਸੇ ਵੀ ਪ੍ਰਾਣੀ ਕਿਸੇ ਵੀ ਜੀਵਨ ਵਾਲ ਦੁਨੀਆ ਦੇ ਵਿੱਚ ਜਨਮ ਦੇ ਕੇ ਭੇਜਦਾ ਹੈ, ਤਬ ਇਹ ਰੁਦਨ ਕਰਤ ਦੁਖ ਪਾਵਤ, ਫਿਰ ਇਹ ਵਿਚਾਰੇ ਉੱਚੀ ਉੱਚੀ ਰੋਦਨ ਬਰਲਾਪ ਕਰਦਿਆਂ ਬੜੇ ਦੁਖੀ ਹੋਣ ਲੱਗ ਪੈਂਦੇ ਨੇ ਸਾਰੇ ਹੀ। ਹੁਕਮ ਕਰਤ ਜਬ ਬੋਲ ਪਠਾਵਤ, ਵੀ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੁਕਮ ਹੈ ਜੰਮਣ ਹੁਕਮ ਹੈ ਮਰਨਾ, ਵੀ ਜਦੋਂ ਕੋਈ ਵੀ ਵਾਹਿਗੁਰੂ ਦੇ ਹੁਕਮ ਦੇ ਨਾਲ ਇਹਨਾਂ ਦੇ ਪਿੰਡ ਦੇ ਵਿੱਚੋਂ ਮਰ ਜਾਂਦਾ ਹੈ, ਤਬ ਮਿਲ ਕਰ ਉਰਮਹਿ ਹਰ ਖਾਵਤ, ਫੇਰ ਨਾ ਇਹਨਾਂ ਸਾਰਿਆਂ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਬੜੇ ਚਾਹ ਭਰਨ ਲੱਗ ਜਾਂਦੇ ਹਨ। ਅਗਿਆਨ ਸਹਿਤ ਇਨਕੋ ਵਿਵਹਾਰ, ਇਹਨਾਂ ਦਾ ਜਿਹੜਾ ਵਿਵਹਾਰ ਬੜੇ ਅਗਿਆਨ ਦੇ ਸਹਿਤ ਹੈ। ਹੁਣ ਤੱਕ ਵਿਚਾਰੇ ਬੜੇ ਇਹ ਭੁਲੇਖਿਆਂ ਦੇ ਵਿੱਚ ਹੀ ਪੈ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਨੇ। ਕੋਈ ਵੀ ਇਹਨਾਂ ਨੂੰ ਸਮਝਾਉਣ ਵਾਲਾ ਤਾਂ ਅਜੇ ਆਇਆ ਨਹੀਂ। ਜਿਹੜੀ ਪਰੰਪਰਾ ਇਹਨਾਂ ਦੇ ਵੱਡੇ ਵਡੇਰਿਆਂ ਨੇ ਬਜ਼ੁਰਗਾਂ ਨੇ ਤੋਰਤੀ, ਬਸ ਉਸ ਅਨੁਸਾਰ ਆਪਣੇ ਚਿੱਤ ਦੇ ਵਿੱਚ ਸੱਚੀ ਮੰਨੀ ਬੈਠੇ ਹਨ। ਸੁਨੀਏ ਗਿਆਨੀ ਕੇਰ ਆਚਾਰ, ਗੁਰੂ ਬਾਬਾ ਜੀ ਕਹਿਣ ਲੱਗੇ ਵੀ ਜਿਹੜੇ ਤਤ ਵੇਤੇ ਗਿਆਨਵਾਨ ਮਹਾਂਪੁਰਖ ਉਹਨਾਂ ਦੇ ਵਿਵਹਾਰ ਬਾਰੇ ਅਸੀਂ ਤੈਨੂੰ ਆਪਣੇ ਵੱਲੋਂ ਸੁਣਾਉਣੇ ਆ। ਭੇਜੇ ਤੇ ਔਰ ਮਹਿ ਹਰ ਖਾਵਤ, ਵੀ ਜਦੋਂ ਨਿਰੰਕਾਰ ਪਰਮਾਤਮਾ ਕਿਸੇ ਵੀ ਜੀਵਨ ਮਾਤ ਲੋਕ ਦੀ ਧਰਤੀ ਦੇ ਉੱਪਰ ਭੇਜਦਾ ਹੈ, ਬੋਲ ਪੱਠੀ ਤੇ ਮਨ ਸੁਖ ਪਾਵਤ, ਉਹ ਸਮੇਂ ਰੱਬ ਦੇ ਪਿਆਰੇ ਫਿਰ ਵੀ ਮਨ ਦੇ ਵਿੱਚ ਸਦਾ ਦੇ ਲਈ ਖੁਸ਼ ਰਹਿੰਦੇ ਹਨ। ਸਿਮਰਨ ਕਰਤ ਦੋ ਵਿਦ ਮਾਹੀ, ਉਹਨਾਂ ਨੇ ਤਾਂ ਬਸ ਦੋਵੇਂ ਵਿਧੀਆਂ ਦੇ ਵਿੱਚ ਚਾਹੇ ਘਰ ਦੇ ਵਿੱਚ ਵਾਹਿਗੁਰੂ ਨੇ ਕਿਸੇ ਬੱਚੇ ਦੀ ਦਾਤ ਬਖਸ਼ਤੀ ਤਾਂ ਵੀ ਪ੍ਰਸੰਨ ਨੇ। ਜੇ ਪਰਮਾਤਮਾ ਦੇ ਹੁਕਮ ਦੇ ਮੁਤਾਬਕ ਕੋਈ ਅਚਾਨਕ ਸਰੀਰ ਤਿਆਗ ਕਰਕੇ ਚਲਿਆ ਵੀ ਗਿਆ ਤਾਂ ਵੀ ਫਿਰ ਉਹਨਾਂ ਦੇ ਚਿੱਤ ਦੇ ਵਿੱਚ ਕੋਈ ਗਮ ਕੋਈ ਕਦੇ ਸ਼ੋਕ ਨਹੀਂ ਪੈਦਾ ਹੁੰਦਾ। ਭਾਈ ਭਿਖਾਰੀ ਦੇ ਸਮਾਨ ਉਹਦਾ ਫਿਰ ਜਨਮ ਔਰ ਮਰਨ ਦੇ ਵਿੱਚ ਉਹਨਾਂ ਦੀ ਜਿਹੜੀ ਬਿਰਤੀ ਸਦਾ ਬਾਅਦ ਇੱਕ ਰਸ ਰਹਿੰਦੀ ਹੈ। ਸਿਮਰਨ ਕਰਤ ਦੋ ਵਿਦ ਮਾਹੀ, ਦੋਵੀਆਂ ਵਿਧੀਆਂ 'ਚ ਉਹ ਹਮੇਸ਼ਾ ਦੇ ਲਈ ਆਪਣੇ ਮਾਲਕ ਦੀ ਨਾ ਸਦਾ ਵਾਸਤੇ ਬੰਦਗੀ ਕਰਦੇ ਰਹਿੰਦੇ ਹਨ। ਹੁਕਮ ਮਾਨ ਮਨ ਮਤ ਨਾ ਕਰਾਹੀ, ਕਦੇ ਵੀ ਉਹ ਆਗਿਆ ਦਾ ਭੰਗ ਕਰਦੇ ਹੋਇਆ ਮਨ ਮਤ ਆਪਣੇ ਅੰਦਰ ਧਾਰਨੀ ਕਰਦੇ ਵੀ ਜੇ ਪਰਮਾਤਮਾ ਨੇ ਬੱਚਾ ਦਿੱਤਾ ਫਿਰ ਫੁੱਲੇ ਨਹੀਂ ਸਮਾਉਂਦੇ। ਕੋਈ ਆ ਜੀ ਦੁਖਦਾਈ ਘਟਨਾ ਵਾਪਰ ਗਈ ਤਾਂ ਕਈਆਂ ਦੇ ਮਨ ਦੇ ਵਿੱਚ ਇਤਨੀ ਸੱਟ
ਇਤਨਾ ਦੁੱਖ ਹੁੰਦਾ ਵੀ ਉਹ ਆਪਣੀਆਂ ਜੋ ਜਾਨਾਂ ਵੀ ਗਵਾ ਬੈਠਦੇ ਨੇ ਵੀ ਇਹ ਮੇਰੇ ਪੁੱਤਰ ਦਾ ਵਿਛੋੜਾ ਕਿਉਂ ਪੈ ਗਿਆ। ਇਤਨੀ ਚਿੰਤਾ ਇਤਨਾ ਫਿਕਰ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੋ ਜੂ ਵਿਚਾਰਿਆਂ ਨੂੰ। ਦਿਨ ਰਾਤ ਕਦੇ ਚੈਨ ਅੰਦਰ ਪੈਦਾ ਨਹੀਂ ਹੁੰਦੀ ਹੈ। ਇਸ ਪ੍ਰਕਾਰ ਮਰਦਾਨੇ ਸਾਥਾ। ਜਦੋਂ ਗੁਰੂ ਬਾਬਾ ਜੀ ਨੇ ਇਸ ਇਲਾਕੇ ਦੇ ਲੋਕਾਂ ਦਾ ਜਿਹੜਾ ਵਿਵਹਾਰ ਹੈ ਉਹਦੇ ਪਰਥਾਏ ਖੋਲ੍ਹ ਕੇ ਬਚਨ ਸੁਣਾ ਦਿੱਤੇ ਵੀ ਇਹਨਾਂ ਦੇ ਹਿਰਦੇ ਦੇ ਅੰਦਰ ਬੜਾ ਅਗਿਆਨ ਅਤੇ ਬਹੁਤ ਵੱਡਾ ਇੱਕ ਤਰ੍ਹਾਂ ਦਾ ਭਰਮ ਬੈਠਿਆ ਹੋਇਆ ਹੈ। ਭੰਤ ਹੁਤੀ ਤਿਹ ਛਿਨ ਜਗ ਨਾਥਾ। ਅਜੇ ਸਤਿਗੁਰੂ ਜੀ ਇਹੋ ਜਿਹੇ ਬਚਨ ਬਿਲਾਸ ਬੈਠ ਕੇ ਭਾਈ ਮਰਦਾਨੇ ਜੀ ਦੇ ਨਾਲ ਘਰ ਸੀ ਉਸ ਥਾਂ 'ਤੇ। ਬਹੁਤ ਲੋਕ ਮਿਲ ਕਰ ਤਬ ਆਈ। ਨਗਰ ਨਿਵਾਸੀਆਂ ਨੇ ਦੇਖਿਆ ਵੀ ਕੋਈ ਐਸੇ ਖੁਦਾ ਦੇ ਦਰਵੇਸ਼ਾ ਸਾਡੇ ਨਗਰ ਦੇ ਨੇੜੇ ਬੈਠੇ ਨੇ। ਉਹਨਾਂ ਦੇ ਮਨ ਦੇ ਵਿੱਚ ਵੀ ਦੀਦਾਰ ਕਰਨ ਦੀ ਜਾਨਾ ਪੈਦਾ ਹੋ ਗਈ। ਵੈਸੇ ਪਾਸ ਆਨ ਤਿਹ ਥਾਏ। ਜਦੋਂ ਕਾਫੀ ਗਿਣਤੀ ਦੇ ਵਿੱਚ ਕਾਫੀ ਵੱਡੀਆਂ ਵੱਡੀਆਂ ਉਮਰਾਂ ਵਾਲੇ ਬਜ਼ੁਰਗ ਉਹ ਗੁਰੂ ਬਾਬਾ ਜੀ ਦੇ ਨੇੜੇ ਆ ਕੇ ਬਹਿ ਗਏ ਹਨ। 300 ਬੋਝਤ ਭਾ ਮਰਦਾਨਾ। ਹੁਣ ਭਾਈ ਮਰਦਾਨਾ ਜੀ ਸਾਰੀ ਗੱਲਬਾਤ ਉਹਨਾਂ ਨੂੰ ਆਪਣੇ ਆਪ ਹੀ ਪੁੱਛਣ ਲੱਗ ਪਏ ਜਿਹੜੇ ਸਤਿਗੁਰੂ ਜੀ ਦੇ ਨੇੜੇ ਆ ਕੇ ਬੈਠੇ ਹੋਏ ਸਨ। ਕਰੋ ਆਪਣਾ ਬਿਰਤੰਤ ਬਖਾਨਾ। ਗੁਰਮੁਖੋ ਤੁਸੀਂ ਆਪਣੇ ਪਿੰਡ ਦੀ ਵਾਰਤਾ ਦੇ ਬਾਰੇ ਮੈਨੂੰ ਦੱਸਣਾ ਕਰੋ। ਇਹੋ ਜਿਹਾ ਵਿਵਹਾਰ ਸੁਣ ਕੇ ਮੇਰੇ ਮਨ ਦੇ ਵਿੱਚ ਬੜੀ ਹੈਰਾਨਗੀ ਪੈਦਾ ਹੋਣ ਲੱਗ ਪਈ ਹੈ। ਮਰਤ ਹਸਤ ਜਨਮੇ ਤੇ ਰੋਈ। ਵੀ ਜਦੋਂ ਤੱਕ ਕੋਈ ਮਰਦਾ ਹੈ ਨਾ ਤੁਹਾਡੇ ਪਿੰਡ ਦੇ ਵਿੱਚ ਫਿਰ ਤਾਂ ਕੂਕਾਂ ਉੱਚੀ ਉੱਚੀ ਤਾਂ ਮਾਰ ਕੇ ਸਾਰੇ ਰੋਣ ਲੱਗ ਜਾਂਦੇ ਹੋ। ਅਤੇ ਜਦੋਂ ਕੋਈ ਮਰ ਗਿਆ ਉਦੋਂ ਤਾਂ ਖੁਸ਼ੀਆਂ ਮਨਾਉਂਦੇ ਹੋ। ਜੇ ਪੈਦਾ ਹੋ ਗਿਆ ਫਿਰ ਬੜੀ ਤਕਲੀਫ ਬੜਾ ਦੁੱਖ ਤੁਹਾਡੇ ਮਨਾਂ ਦੇ ਅੰਦਰ ਪੈਦਾ ਹੋ ਜਾਂਦਾ ਹੈ। ਜਾਨਾ ਤੁਮੇ ਗਿਆਨ ਹੈ ਕੋਈ। ਭਾਈ ਮਰਦਾਨਾ ਜੀ ਪੁੱਛਣ ਲੱਗੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਗਿਆਨ ਹੈ ਇਸ ਵਾਰਤਾ ਦੇ ਪ੍ਰਤਾਏ ਵੀ ਜਦੋਂ ਤੱਕ ਕੋਈ ਮਰ ਗਿਆ ਫਿਰ ਤਾਂ ਤੁਸੀਂ ਉਸ ਸਮੇਂ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਉਂਦੇ ਹੋ। ਜੰਮੇ ਤੋਂ ਸਾਰੇ ਇਕੱਠੇ ਹੋ ਕੇ ਉੱਚੀ ਉੱਚੀ ਕੂਕਾਂ ਮਾਰਨ ਲੱਗ ਜਾਂਦੇ ਹੋ। ਕਿਹੜਾ ਗਿਆਨ ਤੁਹਾਨੂੰ ਇਹੋ ਜਿਹਾ ਕੋਈ ਮਨ ਦੇ ਵਿੱਚ ਪ੍ਰਾਪਤ ਹੋਇਆ? ਬੋਲੇ ਤਿਨ ਮਹਿ ਹੁਤੇ ਜੋ ਸਿਆਣੇ। ਉਹਨਾਂ ਦੇ ਵਿੱਚੋਂ ਜਿਹੜੇ ਸਿਆਣੇ ਬਜ਼ੁਰਗ ਸੁਣ ਕਰਕੇ ਭਾਈ ਮਰਦਾਨਾ ਜੀ ਨੂੰ ਆਪ ਦੱਸਣ ਲੱਗੇ ਹਨ। ਇਸ ਵਿਦ ਗਿਆਨ ਹਿਰਦੈ ਹਮ ਜਾਣੇ। ਇਹ ਭਾਈ ਮਰਦਾਨਾ ਜੀ ਵੀ ਅਸੀਂ ਆਪਣੇ ਵੱਡੇ ਵਡੇਰਿਆਂ ਤੋਂ ਲੈ ਕੇ ਇਹ ਜਿਹੜਾ ਗਿਆਨ ਆਪਣੇ ਮਨ ਦੇ ਅੰਦਰ ਸਾਰਿਆਂ ਨੇ ਧਾਰਨ ਕੀਤਾ ਹੋਇਆ। ਈਸ਼ਵਰ ਤੀ ਵਿਛੜੈ ਜਬ ਜਨਮੈ। ਵੀ ਜਦੋਂ ਨਾ ਕੋਈ ਵੀ ਪ੍ਰਾਣੀ ਜਨਮ ਲੈਂਦਾ ਸੰਸਾਰ 'ਚ ਅਸੀਂ ਸਮਝ ਲੈਂਦੇ ਹਾਂ ਵੀ ਇਹਦਾ ਵਿਛੋੜਾ ਉਸ ਵਾਹਿਗੁਰੂ ਨਿਰਾਕਾਰ ਪਰਮਾਤਮਾ ਦੇ ਨਾਲੋਂ ਪੈ ਗਿਆ। ਮਰੇ ਮਿਲਤ ਈਸ਼ਵਰ ਕੇ ਤਨ ਮੈਂ। ਵੀ ਜਿਹੜਾ ਹੁਣ ਸਰੀਰ ਛੱਡ ਕਰਕੇ ਚਲਿਆ ਗਿਆ ਉਹ ਫਿਰ ਜਾ ਕਰਕੇ ਭਗਵਾਨ ਦੇ ਵਿੱਚ ਮਿਲ ਜਾਂਦਾ ਹੈ। ਜਨਮੈ ਤੀ ਜਗ ਪਾਵ ਹੈ ਦੁੱਖ ਕੋ। ਉਹ ਕਹਿਣ ਲੱਗੇ ਭਾਈ ਮਰਦਾਨਾ ਜੀ ਤੈਨੂੰ ਪਤਾ ਹੀ ਹੈ ਨਾ ਜਿਹੜਾ ਵੀ ਮਨੁੱਖ ਜਿਹੜਾ ਵੀ ਪੈਦਾ ਹੋ ਗਿਆ ਫਿਰ ਉਹਨੂੰ ਆਪਣੇ ਜੀਵਨ ਦੇ ਵਿੱਚ ਦੇ ਲੈ ਕਿਤਨੇ ਵੱਡੇ ਦੁੱਖ ਕਿਤਨੀਆਂ ਵੱਡੀਆਂ ਤਕਲੀਫਾਂ ਚੱਲਣੀਆਂ ਪੈਂਦੀਆਂ ਨੇ ਨਾ ਸਦਾ ਵਾਸਤੇ। ਕਦੇ ਕੋਈ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਕਦੇ ਮਨ ਦੇ ਵਿੱਚ ਖੁਸ਼ੀ ਆ ਗਈ ਕਦੇ ਗਮੀ ਆ ਗਈ। ਬਸ ਇਸੇ ਚੱਕਰ ਦੇ ਵਿੱਚ ਆਪਣੀ ਸਾਰੀ
ਜ਼ਿੰਦਗੀ ਬਤੀਤ ਕਰ ਦਿੰਦਾ ਹੈ। ਮਰੇ ਮਿਲੈ ਈਸ਼ਵਰ ਲਹਿ ਸੁਖ ਕੋ। ਵੀ ਜਦੋਂ ਪ੍ਰਾਣੀ ਮਰ ਗਿਆ ਉਹਨੇ ਫਿਰ ਈਸ਼ਵਰ ਪਰਮਾਤਮਾ ਦੇ ਵਿੱਚ ਅਭੇਦ ਹੋ ਕੇ ਨਾ ਸਦਾ ਵਾਸਤੇ ਸੁਖੀ ਹੋ ਜਾਣਾ। ਨਾ ਕੋਈ ਚਿੰਤਾ ਨਾ ਕੋਈ ਮਨ ਦੇ ਅੰਦਰ ਫਿਕਰ ਵੀ ਨਹੀਂ ਰਹਿਣਾ। ਰੋਵੈ ਹਸੈ ਇਹੀ ਗਤ ਜਾਣੈ। ਬਸ ਸਾਡੇ ਹੱਸਣ ਤੇ ਰੋਣ ਦਾ ਸਾਰਿਆਂ ਨਾਲੋਂ ਵੱਡਾ ਕਾਰਨ ਇਹੀ ਹੈ। ਇਹ ਵਿਚਾਰ, ਇਹ ਗਿਆਨ ਅਸੀਂ ਬੜੇ ਲੰਬੇ ਅਰਸੇ ਤੋਂ ਵੱਡੇ ਵਡੇਰਿਆਂ ਤੋਂ ਲੈ ਕਰਕੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ। ਸਾਰੇ ਨਗਰ ਨਿਵਾਸੀਆਂ ਨੇ ਵੀ ਜਦੋਂ ਪ੍ਰਾਣੀ ਜੰਮ ਪਿਆ ਸਮਝ ਲਓ ਬਸ ਉਹ ਪਰਮਾਤਮਾ ਦੇ ਨਾਲੋਂ ਵਿਛੜ ਗਿਆ। ਵਿਛੜ ਕੇ ਵੱਡੇ ਵੱਡੇ ਦੁੱਖ, ਵੱਡੇ ਵੱਡੇ ਕਸ਼ਟ ਚੱਲਣੇ ਪੈਣਗੇ ਉਹਨੂੰ। ਜਦੋਂ ਮਰ ਗਿਆ ਵੀ ਨਾਲ ਦੀ ਨਾਲ ਉਹਨੇ ਪ੍ਰਭੂ ਦੇ ਵਿੱਚ ਅਪੈਦ ਹੋ ਕਰਕੇ ਸਦਾ ਦੇ ਲਈ ਸੁਖੀ ਹੋ ਜਾਣਾ। ਇਹੀ ਬਸ ਸਾਡਾ ਹੱਸਣ ਤੇ ਰੋਣ ਦਾ ਸਾਰਿਆਂ ਨਾਲੋਂ ਵੱਡਾ ਸਿਧਾਂਤ ਹੈ। ਸੁਣ ਸ੍ਰੀ ਨਾਨਕ ਬੈਨ ਬਖਾਨੈ। ਆ ਸਮੇਂ ਸੁਣ ਕਰਕੇ ਗੁਰੂ ਬਾਬਾ ਜੀ ਦੀਨ ਦੁਨੀਆ ਦੇ ਮਾਲਕ ਇਹਨਾਂ ਸਾਰੇ ਅਣਜਾਣ ਲੋਕਾਂ ਨੂੰ ਆਪਣੇ ਵੱਲੋਂ ਸਮਝਾਉਣ ਲੱਗੇ ਸਨ। ਦੋਹਰਾ ਪਰਮੇਸ਼ਰ ਕੋ ਮਿਲਣ ਜੋ ਮਹਾ ਬਿਖਮ ਪਹਿਚਾਨ। ਸਤਿਗੁਰੂ ਜੀ ਕਹਿਣ ਲੱਗੇ ਭਾਈ ਗੁਰਮੁਖੋ ਜਿਹੜਾ ਨਿਰਾਕਾਰ ਪ੍ਰਭੂ ਦੇ ਵਿੱਚ ਮਿਲਣਾ ਇਹ ਤਾਂ ਬਹੁਤ ਹੀ ਜ਼ਿਆਦਾ ਔਖੀ ਬਾਤ ਹੈ। ਕਰੋੜਾਂ 'ਚੋਂ ਕੋਈ ਜਿਹੜੇ ਜਗਿਆਸੂ ਕੋਈ ਵੱਡੇ ਭਾਗਾਂ ਵਾਲੇ ਬੰਦਗੀ ਕਰਦੇ ਆ ਉਹਦੇ ਵਿੱਚ ਜ਼ਰੂਰ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ। ਨਾਨਕ ਪ੍ਰਭ ਖੈ ਸਤਿਗੁਰ ਬਾਣ ਸੂਰਜ ਕਰਨ ਮਿਲੇ ਜਲ ਕਾ ਜਲ ਹੁਆ ਰਾਮ। ਜੋਤੀ ਜੋਤਰ ਅਲੀ ਸੰਪੂਰਨ ਥੀਆ ਰਾਮ। ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈਓ ਜੈ। ਕਮਾਈਆਂ ਵਾਲੇ ਮਹਾਂਪੁਰਖ ਉਹ ਵੀ ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਨ ਕੈ ਸੰਗਤ ਰਾਇਆ। ਇਹੋ ਜਿਹੇ ਕੋਈ ਜਿਹੜੇ ਟਾਵੇਂ ਜਗਿਆਸੂ ਵੱਡੇ ਭਾਗਾਂ ਵਾਲੇ ਪ੍ਰਾਣੀ ਹੁੰਦੇ ਨੇ ਵੀ ਜਿਨ੍ਹਾਂ ਨੇ ਸਾਧਨਾ ਕਰਦਿਆਂ ਉਹ ਜੀ ਅਵਸਥਾ ਪ੍ਰਾਪਤ ਕਰ ਲਈ ਹੈ। ਬਿਨ ਸਤ ਸੰਗਤ ਭਗਤ ਧੀ ਜਾਨ ਉਪਾਵ ਨਾ ਆਨ। ਪਰ ਬਿਨਾ ਨਾਮ ਔਰ ਰੱਬ ਦੇ ਪਿਆਰਿਆਂ ਦੀ ਸੋਭਤ ਤੋਂ ਬਗੈਰ ਇਸ ਤਰ੍ਹਾਂ ਪਰਮਾਤਮਾ ਦੇ ਵਿੱਚ ਮਿਲਣਾ ਹੋਰ ਕੋਈ ਵੀ ਉਪਾਅ ਯਤਨ ਦੁਨੀਆ ਦੇ ਵਿੱਚ ਰਿਸ਼ੀਆਂ ਮੁਨੀਆਂ ਨੇ ਵਰਣਨ ਨਹੀਂ ਕੀਤਾ ਹੋਇਆ। ਚੌਪਈ ਪ੍ਰੇਮ ਭਗਤ ਕਰ ਕੀਰਤਨ ਗਾਵਨ। ਜਿਹੜੇ ਪ੍ਰੇਮ ਭਗਤੀ ਨੂੰ ਮਨ ਦੇ ਵਿੱਚ ਵਸਾ ਕੇ ਫਿਰ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਜਿਹੜਾ ਜਸ ਵੀ ਸਦਾ ਦੇ ਲਈ ਗਾਇਨ ਕਰਦੇ ਰਹਿੰਦੇ ਹਨ। ਅਜਪਾ ਜਾਪ ਨਾਮ ਲਿਵ ਲਾਵਨ। ਅਜਪਾ ਜਾਪ ਨਾ ਬੀਸਰੈ ਆਦ ਜੁਗਾਦ ਸਮਾਏ। ਅਜਪਾ ਜਾਪ ਕਰਦਿਆਂ ਜਿਨ੍ਹਾਂ ਨੇ ਆਪਣੀ ਬਿਰਤੀ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਲਵਲੀਨ ਕਰ ਦਿੱਤੀ ਹੈ। ਵਿਚਰਨ ਮਿਲਣ ਅਪਰ ਕੋ ਨਾਹੀ। ਗੁਰੂ ਬਾਬਾ ਜੀ ਕਹਿ ਲਗੇ ਹੋਰ ਤਾਂ ਆ ਵਿਛੜਨ ਤੇ ਮਿਲਣ ਦੇ ਜੋ ਤੁਸੀਂ ਐਵੇਂ ਇੱਕ ਫੋਕੇ ਜੇ ਵਹਿਮ ਹੀ ਮਨ ਦੇ ਵਿੱਚ ਧਾਰਨ ਕੀਤੇ ਹੋਏ ਹਨ। ਸਰਬ ਬਾਤ ਇਸ ਤਨ ਕੇ ਮਾਹੀ। ਵੀ ਸਾਰੀ ਜਿਹੜੀ ਵਾਰਤਾ ਇਸ ਸਰੀਰ ਦੇ ਅੰਦਰ ਪਾਈ ਜਾਂਦੀ ਹੈ। ਜਬ ਸਤ ਸੰਗਤ ਭਇਓ ਨਿਵਾਸਾ। ਜਦੋਂ ਪ੍ਰਾਣੀਆਂ ਨੂੰ ਕੋਈ ਵੱਡੇ ਭਾਗਾਂ ਦੁਆਰਾ ਐਸੀ ਤੱਤਵੇ ਤੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਮਨ ਰੋਕਨ ਕੀਨੋ ਅਭਿਆਸਾ। ਉਹ ਫਿਰ
ਇਹੋ ਜਿਹੇ ਸਾਧੂਆਂ ਫਕੀਰਾਂ ਕੋਲੋਂ ਮਨ ਨੂੰ ਰੋਕਣ ਦੀਆਂ ਜਿਹੜੀਆਂ ਉਹ ਉਕਤੀਆਂ ਜੋਤੀਆਂ ਢੰਗ ਤਰੀਕੇ ਵੀ ਪੁੱਛ ਲੈਂਦੇ ਹਨ। ਨਾਸ ਬਾਸ਼ਨਾ ਤਬ ਹੀ ਭਈ। ਜਦੋਂ ਮਨ ਰੋਕਣ ਲੱਗ ਗਿਆ ਫੇਰ ਹੀ ਇਹਦੇ ਅੰਦਰ ਆਏ ਜੀ ਜਿਹੜੀ ਖੋਟੀ ਵਾਸਨਾ ਦੁਨਿਆਵੀ ਰੰਗ ਰਲੀਆਂ ਦੇ ਸੁੱਖਾਂ ਦੀ ਭਰੀ ਹੋਈ ਹੈ ਨਾ, ਫਿਰ ਉਹ ਕਿਤੇ ਅੰਦਰੋਂ ਬਾਹਰ ਨਿਕਲਣੀ ਹੈ। ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਦੀ ਸੰਗਤ ਦੁਆਰਾ ਹੌਲੀ ਹੌਲੀ ਮਨ ਨੂੰ ਰੋਕਣਾ ਸਿੱਖ ਲਿਆ ਹੈ, ਦਵੈਤ ਸਰਬ ਉਰਤੇ ਮਿਟ ਗਈ। ਉਹਨਾਂ ਦੇ ਚਿੱਤ ਦੇ ਵਿੱਚੋਂ ਦਵੈਸ਼, ਈਰਖਾ, ਰਾਗ ਇਹ ਸਾਰੇ ਜਿਹੜੇ ਵੱਡੇ ਵੱਡੇ ਔਗਣ ਨਾਸ ਹੋ ਜਾਂਦੇ ਹਨ। ਪੂਰਨ ਲਖਿਓ ਪ੍ਰਮਾਤਮ ਸਾਰੇ। ਉਹ ਫਿਰ ਨਿਰਗੁਣ ਵਾਹਿਗੁਰੂ ਨੂੰ ਥਾਂ ਥਾਂ 'ਤੇ ਚਾਰੇ ਪਾਸੇ ਹੀ ਪਰਿਪੂਰਨ ਆਪਣੇ ਅੰਦਰ ਜਾਣ ਲੈਂਦੇ ਹਨ, ਜਿਨ੍ਹਾਂ ਨੇ ਉਹ ਜੀ ਕਮਾਈ ਕਰ ਲਈ ਹੈ। ਮਿਥਿਆ ਸਰਬ ਪਰਪੰਚ ਪਸਾਰੀ। ਉਹਨਾਂ ਦੀ ਨਜ਼ਰ ਦੇ ਵਿੱਚ ਵਸੇ ਜਿਹੜਾ ਪਰਪੰਚ ਦਾ ਪਸਾਰਾ ਪ੍ਰਭੂ ਨੇ ਆਪਣੀ ਸੱਤਿਆ ਦੇ ਨਾਲ ਹੀ ਪੈਦਾ ਕੀਤਾ ਹੋਇਆ, ਉਸ ਨੂੰ ਸਦਾ ਵਾਸਤੇ ਕਲਪਤ ਔਰ ਮਿਥਿਆ ਜਿਨ੍ਹਾਂ ਨੇ ਚਿੱਤ ਦੇ ਅੰਦਰ ਨਿਜੇ ਕਰ ਲਿਆ। ਜਬੈ ਆਤਮਾ ਅਸ ਭ੍ਰਮ ਪੰਨਾ। ਉਹਨਾਂ ਜਦੋਂ ਸਾਧਨਾ ਸੰਪੰਨ ਹੋ ਕੇ ਮਨ ਦੇ ਅੰਦਰ ਇਹੋ ਜਿਹੇ ਭ੍ਰਮ ਦੂਰ ਕਰ ਲੈ, ਉਹ ਫਿਰ ਆਤਮਾ ਨੂੰ ਅੰਦਰ ਹੀ ਦੇਖਣ ਲੱਗ ਜਾਂਦੇ ਹਨ। ਭਾ ਪਰਮਾਤਮਾ ਸੁਧ ਚਿਤਨਾ। ਹੌਲੀ ਹੌਲੀ ਉਹਨਾਂ ਦੀ ਜਿਹੜੀ ਬਿਰਤੀ ਉਸ ਪ੍ਰਭੂ ਔਰ ਜੋ ਭਗਵਾਨ ਨਿਰਗੁਣ ਵਾਹਿਗੁਰੂ ਹੈ ਉਹਦੇ ਵਿੱਚ ਜੁੜਨ ਲੱਗ ਜਾਣੀ ਹੈ। ਜਬ ਅਨਾਤਮਾ ਦੇਹ ਪਛਾਨੀ। ਜਦੋਂ ਹੁਣ ਆਪਣੀ ਦੇਹ ਨੂੰ ਆਪਣੇ ਸਰੀਰਾਂ ਨੂੰ ਅਨਾਤਮ ਭਾਵ ਕੀ ਨਾਸਵੰਤ ਕਲਪਤ ਮਿਥਿਆਈ ਮਨ ਦੇ ਵਿੱਚ ਜਿਨ੍ਹਾਂ ਨੇ ਜਾਣ ਲਿਆ, ਉਹ ਫਿਰ ਆਪਣੀ ਜਿਹੜੀ ਬਿਰਤੀ ਬ੍ਰਹਮਾਕਾਰ ਅੰਦਰ ਧਾਰਨ ਕਰ ਲੈਂਦੇ ਹਨ। ਗੇ ਸੰਕਲਪ ਵਿਕਲਪ ਬਿਹਾਨੀ। ਉਹਦੇ ਉਹਨਾਂ ਦੇ ਅੰਦਰੋਂ ਸੰਕਲਪ ਵਿਕਲਪ ਹੀ ਮਨ ਦਾ ਰੂਪ ਕੀ ਹੈ? ਸੰਕਲਪ ਤੇ ਵਿਕਲਪ ਕਰਨੇ। ਸੰਕਲਪ ਵਿਕਲਪ ਨਿਕਲ ਗਏ ਨਾਲ ਦੀ ਨਾਲ, ਇਹ ਮਨ ਵੀ ਸਦਾ ਦੇ ਲਈ ਨਾਸ ਹੋ ਜਾਏਗਾ। ਤੋ ਮਿਲਬੋ ਈਸ਼ਵਰ ਕੋ ਹੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਗੁਰਮੁਖੋ ਜਿਨ੍ਹਾਂ ਨੇ ਐਸੀ ਸਾਧਨਾ ਕਰਦਿਆਂ ਇਹ ਮਨ ਨੂੰ ਨਾ ਆਪਣੇ ਵਾਦੇ ਵਿੱਚ ਕਰ ਲਿਆ, ਉਹ ਫਿਰ ਕਿਤੇ ਜਾ ਕੇ ਵਾਹਿਗੁਰੂ ਦੇ ਵਿੱਚ ਮਿਲਿਆ ਕਰਦੇ ਨੇ, ਗੱਲਾਂ ਬਾਤਾਂ ਨਾਲ ਨਹੀਂ। ਜਿਨ੍ਹਾਂ ਨੇ ਐਸੀਆਂ ਕਮਾਈਆਂ ਕੀਤੀਆਂ ਘਾਲਦਿਆਂ ਮਨੋਂ ਵਾਸਨਾ ਖੈ, ਉਹ ਫਿਰ ਜਿਉਂਦੇ ਜੀ ਹੀ ਪਰਮਾਤਮਾ ਦੇ ਵਿੱਚ ਮਿਲ ਜਾਂਦੇ ਹਨ। ਨਾ ਤੁਰ ਵਿਛੜ ਰਹਿਓ ਸਭ ਕੋਈ। ਨਹੀਂ ਤਾਂ ਫਿਰ ਸਾਰੇ ਪ੍ਰਾਣੀ ਵਿਛੜ ਕਰਕੇ ਹੀ ਆ ਦੁਨੀਆ ਦੇ ਅੰਦਰ ਵੱਡੇ ਵੱਡੇ ਦੁੱਖ ਵੱਡੇ ਕਸ਼ਟਾਂ ਨੂੰ ਸਦਾ ਵਾਸਤੇ ਭੋਗਦੇ ਰਹਿੰਦੇ ਨੇ ਆਪਣੀ ਜ਼ਿੰਦਗੀ 'ਚ। ਗਿਆਨ ਪ੍ਰਾਪਤ ਜਿਨ ਮਨ ਮਾਹੀ। ਪਰ ਜਿਨ੍ਹਾਂ ਵੱਡੇ ਭਾਗਾਂ ਵਾਲੇ ਜਿਗਿਆਸੂਆਂ ਨੂੰ ਵਾਹਿਗੁਰੂ ਦੀ ਕਿਰਪਾ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਵਿਛੁਰਨ ਮਿਲਨ ਸੋ ਜਾਣਤ ਨਾਹੀ। ਉਹ ਤਾਂ ਫਿਰ ਜਨਮ ਮਰਨ ਦੋਹਾਂ ਮੈਂ ਨਾਹੀ। ਜਨ ਪਰ ਉਪਕਾਰੀ ਆਏ, ਉਹ ਜਨਮ ਔਰ ਮਰਨ ਤੋਂ ਸਦਾ ਵਾਸਤੇ ਰਹਿਤ ਹੋ ਜਾਂਦੇ ਹਨ। ਪਰਮਾਤਮਾ ਪੂਰਨ ਹੈ ਸਾਰੀ। ਸਤਿਗੁਰੂ ਜੀ ਕਹਿ ਲਗੇ ਵੀ ਜੋ ਨਿਰਗੁਣ ਵਾਹਿਗੁਰੂ ਉਹ ਤਾਂ ਸਾਰੇ ਹੀ ਸਦਾ ਵਾਸਤੇ ਪਰਿਪੂਰਨ ਹੈ ਨਾ,
ਚਾਰੇ ਦਿਸ਼ਾ ਦੇ ਵਿੱਚ ਵਿਛੜੈ ਤਉ ਕਤ ਨਾਹਿ ਨਿਹਾਰੀ। ਵੀ ਵਿਛੜਿਓ ਤਾਂ ਜਿਨ੍ਹਾਂ ਨੇ ਪਰਮਾਤਮਾ ਦਾ ਦੀਦਾਰ ਨਹੀਂ ਕੀਤਾ ਹੈ। ਜੇ ਵਿਛੜੀ ਤਉ ਮਿਲਣਾ ਹੋਈ। ਜਿਹੜੇ ਵਿਛੜ ਗਏ ਉਹ ਫਿਰ ਮਿਲਣ ਦੇ ਲਈ ਉਪਾਅ ਯਤਨ ਕਰਦੇ ਨੇ। ਜਿਹੜੇ ਮਿਲ ਗਏ ਨੇ ਉਹਨਾਂ ਨੂੰ ਇਉਂ ਦੱਸੋ ਫਿਰ ਇਤਨੀਆਂ ਕਠਨ ਸਾਧਨਾ ਕਰਨ ਦੀ ਬਾਕੀ ਕੀ ਲੋੜ ਰਹਿ ਜਾਣੀ ਹੈ। ਨਾਤੁਰ ਮਿਥਿਆ ਕਹਿਨੇ ਦੋਈ। ਨਹੀਂ ਤਾਂ ਫਿਰ ਤੁਹਾਡੀਆਂ ਇਹ ਜਿਹੜੀਆਂ ਦੋਵੇਂ ਗੱਲਾਂ ਕਹਿਣੀਆਂ ਬਿਲਕੁਲ ਮਿਥਿਆ ਕਲਪਤਾਨ, ਇਹ ਕਦੇ ਸੱਚੀਆਂ ਨਹੀਂ ਹੋ ਸਕਦੀਆਂ ਹਨ। ਵਿਆਪਕ ਦਿਸ ਹੈ ਜਿਉ ਆਕਾਸ਼ਾ। ਆ ਜਿਵੇਂ ਆਕਾਸ਼ ਜਿੱਥੇ ਵੀ ਜਾਓ ਉੱਥੇ ਹੀ ਚਾਰੇ ਪਾਸੇ ਪਰਿਪੂਰਨ ਦਿਸੇਗਾ। ਭਾਵੇਂ ਕੋਈ 7 ਸਮੁੰਦਰਾਂ ਤੋਂ ਅੱਗੇ ਚਲੇ ਜਾਏ ਆਕਾਸ਼ ਉੱਥੇ ਵੀ ਇਸੇ ਤਰ੍ਹਾਂ ਹੀ ਦਿਸੇਗਾ। ਆਕਾਸ਼ ਦਾ ਕਿਸੇ ਨੇ ਅੰਤ ਨਹੀਂ ਪਾਇਆ, ਨਾ ਵਾਹਿਗੁਰੂ ਦਾ ਕਦੇ ਕਿਸੇ ਨੇ ਅੰਤ ਪਾਇਆ। ਹੁਣ ਜਿਸ ਪ੍ਰਕਾਰ ਗੁਰੂ ਬਾਬਾ ਜੀ ਨੇ ਇਹਨਾਂ ਨੂੰ ਸਮਝਾਉਣਾ ਹੈ, ਜਿਹੜੇ ਵੀ ਮਾਈ ਭਾਈ ਗੁਰੂ ਕੇ ਪਿਆਰੇ ਸੰਗਤਾਂ ਰੋਜ਼ਾਨਾ ਹੀ ਮਹਾਂਪੁਰਖਾਂ ਦੇ ਤਪੋ ਸਥਾਨ ਬੈਕੁੰਠ ਧਾਮ ਤੇ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਏ ਨਿਵਾਸਾ ਪੂਰਨ ਤਤਵ ਤੇ ਮਹਾਂਪੁਰਖਾਂ ਦੇ ਪਾਵਨ ਸਥਾਨ ਤੇ ਗੁਰੂ ਬਾਬਾ ਜੀ ਦੇ ਪਾਵਨ ਇਤਿਹਾਸ ਦੀ ਜਿਹੜੀ ਕਥਾ ਹੈ ਉਹਨੂੰ ਸੁਣਨ ਵਾਸਤੇ ਆਉਂਦੇ ਹਨ, ਆਨੰਦ ਮਾਣਦੇ ਨੇ। ਰੋਜ਼ ਦੀ ਰੋਜ਼ ਉਹਨਾਂ ਪ੍ਰੇਮੀਆਂ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਬੇਨਤੀ ਹੈ, ਭਾਈ ਕਾ ਜਿਹੜੇ ਦਿਨ ਉਹ ਤਾਂ ਬਹੁਤ ਹੋ ਗਏ ਛੋਟੇ, ਇਹ ਮੌਸਮ ਦੇ ਵਿੱਚ ਰਾਤਾਂ ਬਹੁਤ ਵੱਡੀਆਂ ਵੱਡੀਆਂ ਹੋ ਜਾਂਦੀਆਂ ਹਨ। ਇਸ ਕਰਕੇ ਕੱਲ੍ਹ ਨੂੰ ਜਿਹੜਾ ਹੈ ਕਥਾ ਦਾ ਟਾਈਮ 7 ਤੋਂ ਲੈ ਕੇ 8 ਤੱਕ ਹੋਇਆ ਕਰੇਗਾ। ਤਕਰੀਬਨ ਆ ਜਿਹੜਾ ਸੂਰਜ ਵੀ ਸਾਜਰੇ ਛਿਪ ਜਾਂਦਾ ਹੈ। ਇਸ ਕਰਕੇ ਕੱਲ੍ਹ ਨੂੰ ਜਿਹੜਾ ਕਥਾ ਦਾ ਟਾਈਮ 7 ਤੋਂ ਲੈ ਕੇ 8 ਤੱਕ ਹੋਇਆ ਕਰੇਗਾ। ਇਹ ਬੇਨਤੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਹੈ। ਹੁਣ ਜਿਸ ਪ੍ਰਕਾਰ ਗੁਰੂ ਬਾਬਾ ਜੀ ਨੇ ਇਹਨਾਂ ਨੂੰ ਪ੍ਰਵਚਨਾਂ ਦੁਆਰਾ ਸਮਝਾਉਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗੇ ਗੌਰਵ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਵਿਆਪਕ ਦਿਸ ਹੈ ਜਿਉ ਆਕਾਸ਼ਾ। ਕਾਟੋ ਪਾਦ ਵਤ ਮਾਇਆ ਪਾਸਾ। ਵਿਆਪਕ ਦਿਸ ਹੈ ਜਿਉ ਆਕਾਸ਼ਾ। ਕਾਟੋ ਪਾਦ ਵਤ ਮਾਇਆ ਪਾਸਾ। ਏ ਚੌਥੇ ਪਾਰ ਬ੍ਰਹਮ ਅਬਨਾਸੀ ਅਗਨਾਸ। ਏ ਪੂਰਨ ਏ ਸਰਬ ਮੈਂ ਦੁਖ ਭੰਜਨ ਗੁਣ ਤਾਸ।